ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਹਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਰਹਾਉ ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ। ਕੰਠੇ ਮਾਲਾ ਜੀਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦਉ ਸਮਝਾਵੋ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦਉ ਸਮਝਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 478 ਅਤੇ 479 ਅੰਗ 'ਤੇ ਸੁਭਾਏਮਾਨ ਹੈ, ਵਿਰਾਜਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਸਾਰੀ ਹੀ ਮਨੁੱਖਤਾ ਨੂੰ ਉਪਦੇਸ਼ ਕਰ ਰਹੇ ਹਨ, ਉਹ ਇਹ ਹੈ ਕਿ ਇਹ ਦੁਨੀਆ ਦੇ ਲੋਕੋ ਕਰਮ ਕਾਂਡ ਨੂੰ ਛੱਡ ਕੇ, ਬਾਹਰਲੇ ਦਿਖਾਵੇ ਦੇ ਕਰਮ ਛੱਡ ਕੇ ਤੁਸੀਂ ਵਾਹਿਗੁਰੂ ਪਰਮੇਸ਼ਵਰ ਦੀ ਸਿਫਤ ਸਲਾਹ ਕਰੋ। ਪਰ ਸ਼ਰਤ ਹੈ ਕਿ ਉਹਦੇ ਵਿੱਚ ਤੁਹਾਡਾ ਮਨ ਜੁੜਿਆ ਹੋਵੇ। ਜਦੋਂ ਮਨ ਜੁੜ ਜਾਵੇ ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ ਵਾਹਿਗੁਰੂ ਜੀ ਦੀ ਸਿਫਤ ਸਲਾਹ
ਕਰਨ ਵਾਲੇ ਨੂੰ ਹੋਰ ਕੋਈ ਕਰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਆਪਾਂ ਵੇਖਦੇ ਹਾਂ ਸੰਸਾਰ ਦੇ ਅੰਦਰ ਸਾਰੇ ਹੀ ਧਰਮਾਂ ਦੇ ਵਿੱਚ ਮਨੁੱਖ ਚਾਹੁੰਦਾ ਹੈ ਮੈਨੂੰ ਜਿੱਥੇ ਦੁਨਿਆਵੀ ਤੌਰ ਤੇ ਪਦਾਰਥ ਮਿਲੇ ਨੇ, ਦੁਨਿਆਵੀ ਤੌਰ ਤੇ ਕੁਝ ਨਾ ਕੁਝ ਪ੍ਰਾਪਤ ਹੋਇਆ ਹੈ, ਉੱਥੇ ਚਾਹੁੰਦਾ ਹੈ ਮੈਨੂੰ ਰੂਹਾਨੀਅਤ ਦਾ ਵੀ ਕਿਣਕਾ ਪ੍ਰਾਪਤ ਹੋਵੇ, ਮੈਨੂੰ ਰੂਹਾਨੀਅਤ ਤੌਰ ਤੇ ਵੀ ਕੁਝ ਰਸ ਪ੍ਰਾਪਤ ਹੋਵੇ। ਪਰ ਸਹੀ ਗਿਆਨ ਨਾ ਹੋਣ ਕਰਕੇ, ਸਹੀ ਜਾਣਕਾਰੀ ਨਾ ਮਿਲਣ ਕਰਕੇ ਇਹ ਹੋਰ ਲੋਕਾਂ ਵੱਲ ਦੇਖ ਦਿਖਾਵੇ ਦੇ ਵੇਖ ਕਰਕੇ ਕਰਮ ਕਰਨ ਲੱਗ ਜਾਂਦਾ ਹੈ ਤੇ ਆਤਮਿਕ ਰਸ ਤੋਂ ਵਿਰਵਾ ਰਹਿ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਵਨ ਜਿਹੜੇ ਸ਼ਲੋਕ ਹਨ, ਉੱਥੇ ਵੀ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ, ਕਬੀਰ ਠਾਕਰ ਪੂਜੈ ਮੋਲ ਲੈ ਮਨ ਹਠ ਤੀਰਥ ਜਾਏ, ਦੇਖਾ ਦੇਖੀ ਸਵਾਂਗ ਧਰ ਭੂਲੇ ਪਟਕਾ ਖਾਏ। ਕਹਿਣ ਲੱਗੇ ਜਿਸ ਨੂੰ ਠਾਕਰ ਕਿਹਾ ਗਿਆ, ਸਿੱਧੇ ਸ਼ਬਦਾਂ ਵਿੱਚ ਆਪਾਂ ਕਹਿ ਦਈਏ ਰੱਬ ਕਿਹਾ ਗਿਆ, ਪਰ ਉਹਨਾਂ ਨੇ ਰੱਬ ਆਪਣਾ ਕਿਹੜਾ ਬਣਾਇਆ ਸੀ? ਸਾਲਗ੍ਰਾਮ ਨੂੰ, ਪੱਥਰ ਨੂੰ ਕਹਿੰਦੇ ਇਹ ਰੱਬ ਹੈ, ਤੇ ਉਹ ਸਾਲਗ੍ਰਾਮ ਮੁੱਲ ਵਿਕਦੇ ਨੇ। ਕਹਿੰਦੇ ਜਦੋਂ ਗਏ ਧਾਰਮਿਕ ਸਥਾਨਾਂ 'ਤੇ ਉੱਥੋਂ ਜਾ ਕੇ ਠਾਕਰ ਮੁੱਲ ਲੈ ਆਏ, ਸਾਲਗ੍ਰਾਮ ਮੁੱਲ ਲੈ ਆਏ। ਦੇਖਾ ਦੇਖੀ ਵੀ ਉਹਨੇ ਆਪਣੇ ਘਰ ਸਾਲਗ੍ਰਾਮ ਰੱਖਿਆ, ਠਾਕੁਰ ਰੱਖਿਆ, ਮੈਂ ਵੀ ਉਵੇਂ ਕਰਾਂਗਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸੇ ਤਰ੍ਹਾਂ ਦਾ ਕਰਮ ਕਾਂਡ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਬੜਾ ਸਮਾਂ ਕੀਤਾ ਪਰ ਪ੍ਰਾਪਤੀ ਕੁਝ ਵੀ ਨਹੀਂ ਹੋਈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਰਮ ਨੇ ਕਿ ਬਾਹਰੋਂ ਤਾਂ ਮਨੁੱਖ ਉਹ ਕਰਦਾ ਹੈ, ਦੇਖਣ ਨੂੰ ਲੱਗਦਾ ਵੀ ਇਹ ਬੰਦਾ ਧਾਰਮਿਕ ਹੈ, ਪਰ ਅੰਦਰ ਉਹਦੇ ਧਰਮ ਨਹੀਂ ਹੁੰਦਾ, ਅੰਦਰ ਧਰਮ ਦਾ ਕਿਣਕਾ ਵੀ ਨਹੀਂ ਹੁੰਦਾ, ਕੋਈ ਰਸ ਦਿਖਾਈ ਨਹੀਂ ਦਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਜਦੋਂ ਉਹਨਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ, ਤੇ ਭਗਤ ਕਬੀਰ ਸਾਹਿਬ ਜੀ ਭਾਵੇਂ ਬਨਾਰਸ ਰਹਿੰਦੇ ਨੇ ਪਰ ਉਹ ਕਦੇ ਵੀ ਗੰਗਾ ਦੇ ਵਿੱਚ ਇਸ਼ਨਾਨ ਨਹੀਂ ਕਰਦੇ। ਤੇ ਭਗਤ ਕਬੀਰ ਸਾਹਿਬ ਜੀ ਨੂੰ ਇਹ ਪੁੱਛਿਆ ਗਿਆ ਸੀ ਕਿ ਗੰਗਾ ਦੇ ਇਸ਼ਨਾਨ ਦਾ ਕੋਈ ਮਹਾਤਮ ਨਹੀਂ ਹੈ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਤਾਂ ਗੰਗਾ ਦੇ ਇਸ਼ਨਾਨ ਦਾ ਕਦੇ ਕਦਾਈ ਦਾ ਮਹਾਤਮ ਪੁੱਛਦੇ ਹੋ ਵੀ ਕਦੇ ਕੋਈ ਗੰਗਾ 'ਤੇ ਆਇਆ, ਇਸ਼ਨਾਨ ਕੀਤਾ, ਤਾਂ ਕਹਿੰਦੇ ਇਹਦਾ ਮਹਾਤਮ ਕੀ ਪ੍ਰਾਪਤ ਹੋਣਾ ਸੁਣ ਲਵੋ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਹਿੰਦੇ ਪਿਆਰਿਓ, ਭਾਵੇਂ ਤੁਸੀਂ ਕਦੇ ਕਦਾਈ ਦੀ ਗੱਲ ਕਰਦੇ ਹੋ, ਭਾਵੇਂ ਗੰਗਾ ਦੇ ਕਿਨਾਰੇ ਆ ਕੇ ਘਰ ਪਾ ਲਵੋ ਔਰ ਸਵੇਰੇ ਸ਼ਾਮ ਇਸ਼ਨਾਨ ਕਰੋ, ਇਸ਼ਨਾਨ ਹੀ ਨਹੀਂ ਬਲਕਿ ਗੰਗਾ ਜਲ ਛਕੋ ਹਰ ਸਮੇਂ। ਕਬੀਰ ਗੰਗਾ ਤੀਰ ਜੋ ਘਰ ਕਰੈ, ਤੀਰ ਨਾਮ ਹੈ ਕਿਨਾਰੇ ਦਾ। ਕਹਿੰਦੇ ਗੰਗਾ ਦੇ ਕਿਨਾਰੇ ਭਾਵੇਂ ਤੁਸੀਂ ਘਰ ਪਾ ਲਵੋ ਔਰ ਪੀਵੈ ਨਿਰਮਲ ਨੀਰ, ਨਿਰਮਲ ਜਲ ਗੰਗਾ ਦਾ ਛਕੇ ਤੇ ਆਖੇ ਇਹਦੇ ਨਾਲ ਮੈਂ ਮੁਕਤ ਹੋ ਜਾਵਾਂ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਗਤੀ ਤੋਂ ਬਿਨਾ ਮੁਕਤੀ ਨਹੀਂ ਹੈ। ਤੀਰਥਾਂ ਦੀ ਯਾਤਰਾ ਤੋਂ ਰੋਕਿਆ ਨਹੀਂ ਹੈ, ਤੀਰਥਾਂ 'ਤੇ ਜਾਓ ਪਰ ਉੱਥੋਂ ਕੁਝ ਗਿਆਨ ਲੈ ਕੇ ਆਉਣਾ ਹੈ, ਨਾ ਕਿ ਇਹ ਮਨ ਵਿੱਚ ਭਰਮ ਪਾ ਲਵੋ ਕਿ ਤੀਰਥਾਂ ਦਾ ਇਸ਼ਨਾਨ ਕਰਕੇ ਮੈਂ ਮੁਕਤ ਹੋ ਜਾਵਾਂਗਾ।
ਮੁਕਤੀ ਕੇਵਲ ਪਰਮਾਤਮਾ ਦੀ ਭਗਤੀ ਨਾਲ ਹੀ ਪ੍ਰਾਪਤ ਹੋਣੀ ਹੈ। ਉਹਨੂੰ ਰਾਮ ਕਹਿ ਲਵੋ, ਉਹਨੂੰ ਅੱਲਾ ਕਹਿ ਲਵੋ, ਵਾਹਿਗੁਰੂ ਕਹਿ ਲਓ, ਪਰਮਾਤਮਾ ਦਾ ਕੋਈ ਨਾਮ ਲੈ ਲਵੋ। ਨਾਮ ਜਪ ਕੇ ਹੀ ਮੁਕਤੀ ਹੋਣੀ ਹੈ। ਰੋਟੀ ਖਾ ਕੇ ਹੀ, ਭੋਜਨ ਖਾ ਕੇ ਹੀ ਸਰੀਰ ਨੂੰ ਤ੍ਰਿਪਤੀ ਮਿਲਣੀ ਹੈ। ਰੋਟੀ ਕਹਿ ਲਵੋ, ਉਹਨੂੰ ਤੁਸੀਂ ਚਪਾਤੀ ਕਹਿ ਲਵੋ, ਉਹਨੂੰ ਫੁਲਕਾ ਕਹਿ ਲਵੋ, ਜਿਹੜੇ ਮਰਜ਼ੀ ਜਿੰਨੇ ਮਰਜ਼ੀ ਨਾਮ ਲੈ ਲਓ ਵੱਖੋ ਵੱਖਰੇ, ਜਿਹੜਾ ਕਿਸੇ ਨੂੰ ਫਿੱਟ ਬਹਿੰਦਾ ਹੈ ਉਹੀ ਕਹਿ ਲਵੋ, ਪਰ ਰੋਟੀ ਦੇ ਨਾਲ ਹੀ ਭੁੱਖ ਮਿਟਣੀ ਹੈ, ਸਰੀਰ ਨੂੰ ਐਨਰਜੀ ਮਿਲਣੀ ਹੈ। ਸਰੀਰ ਅੰਨ ਤੋਂ ਬਿਨਾਂ ਨਹੀਂ ਚੱਲ ਸਕਦਾ। ਤੋ ਇਸੇ ਤਰ੍ਹਾਂ ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਮੁਕਤੀ ਕਿੱਥੇ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਸਾ ਹਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ। ਭਗਤ ਕਬੀਰ ਸਾਹਿਬ ਜੀ ਦੇ ਕੋਲ ਮੁਸਲਮਾਨ ਵੀ ਤੇ ਹਿੰਦੂ ਸਾਰੇ ਹੀ ਆਉਂਦੇ ਸਨ, ਕੱਟੜਵਾਦੀ ਵੀ ਆਉਂਦੇ ਸੀ, ਪਰ ਭਗਤ ਕਬੀਰ ਸਾਹਿਬ ਦਾ ਸਤਿਕਾਰ ਵੀ ਕਰਨ ਵਾਲੇ ਆਉਂਦੇ ਸਨ। ਇਹ ਇੱਥੇ ਕੱਟੜਵਾਦੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ ਹੈ। ਉਹ ਭਗਤ ਕਬੀਰ ਸਾਹਿਬ ਨੂੰ ਆ ਕੇ ਕਹਿੰਦੇ ਵੀ ਤੁਸੀਂ ਜਾਂ ਇੱਕ ਪਾਸੇ ਹੋ ਜਾਓ, ਜਾਂ ਹਿੰਦੂ ਹੋ ਜਾਓ, ਮੁਸਲਮਾਨ ਹੋ ਜਾਵੋ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਦੱਸੋ ਕੀ ਕਰਨਾ ਪਵੇਗਾ। ਕਹਿੰਦੇ ਜੇ ਤੁਸੀਂ ਮੁਸਲਮਾਨ ਬਣਦੇ ਹੋ ਫਿਰ ਤੁਹਾਨੂੰ ਹਜ ਯਾਤਰਾ ਕਰਨ ਜਾਣਾ ਪਵੇਗਾ ਮੱਕੇ ਦੀ, ਅਤੇ ਜੇ ਤੁਸੀਂ ਹਿੰਦੂ ਧਰਮ ਫਿਰ ਤੁਹਾਨੂੰ ਗੋਮਤੀ ਦਾ ਇਸ਼ਨਾਨ ਕਰਨਾ ਬਹੁਤ ਲਾਜ਼ਮੀ ਹੈ। ਗੋਮਤੀ ਨਾਮ ਦੀਆਂ ਵੈਸੇ ਹਿੰਦੁਸਤਾਨ ਵਿੱਚ ਕਈ ਨਦੀਆਂ ਨੇ, ਪਰ ਜਿਸ ਗੋਮਤੀ ਦਾ ਬਹੁਤਾ ਜ਼ਿਕਰ ਆਉਂਦਾ ਹੈ, ਰਿਗਵੇਦ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਇਹ ਗੋਮਤੀ ਨਦੀ ਜਿਹੜੀ ਹੈ, ਪੀਲੀਭੀਤ ਜਿਹੜੀ ਹੈ, ਉੱਥੋਂ ਸ਼ਾਹਜਹਾਨਪੁਰ ਤੋਂ ਇੱਕ ਝੀਲ ਵਿੱਚੋਂ ਨਿਕਲ ਕਰਕੇ ਲਖਮੀਰਪੁਰ ਅਤੇ ਲਖਨਊ ਇਤਿਆਦਿ ਤੋਂ ਹੁੰਦੀ, ਸੈਦਪੁਰ ਤੋਂ ਹੁੰਦੀ ਵੀ ਅੱਗੇ ਜਾ ਕੇ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਹਨੂੰ ਗੋਮਤੀ ਨਦੀ ਆਖਿਆ ਗਿਆ ਹੈ। ਭਗਤ ਕਬੀਰ ਸਾਹਿਬ ਜੀ ਹੁਣ ਆਪਣਾ ਜਿਹੜਾ ਹੈ ਆਸ਼ਾ ਦੱਸਦੇ ਨੇ, ਹਜ ਹਮਾਰੀ ਗੋਮਤੀ ਤੀਰ। ਸਾਡਾ ਮਨ ਹੀ ਸਾਡੇ ਵਾਸਤੇ ਹਜ ਹੈ। ਹਜ ਦਾ ਅਰਥ ਵੀ ਯਾਤਰਾ ਹੈ। ਮੱਕੇ ਦਾ ਹਜ ਕਰਨਾ, ਮੱਕੇ ਦੀ ਯਾਤਰਾ ਕਰਨੀ, ਗੋਮਤੀ ਦੀ ਯਾਤਰਾ ਕਰਨੀ, ਇਸ਼ਨਾਨ ਕਰਨਾ। ਉਹ ਕਹਿੰਦੇ ਸਾਡਾ ਜਿਹੜਾ ਤੀਰ ਭਾਵ ਮਨ ਹੈ। ਤੀਰ ਕਿਉਂ ਆਖਿਆ ਗਿਆ ਹੈ? ਤੀਰ ਹੁੰਦਾ ਸਿੱਧਾ ਬਿਲਕੁਲ। ਜਿਹੜਾ ਸਾਡਾ ਮਨ ਹੈ ਇਹਦੇ 'ਚ ਬੜੇ ਡਿੰਗ ਪਏ ਹੋਏ ਨੇ, ਮਨ 'ਚ ਨਾ ਬੜੇ ਵਲ ਪਏ ਹੋਏ ਨੇ। ਬਾਬਾ ਫਰੀਦ ਜੀ ਇਹਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਗੱਲ ਉਹਨਾਂ ਨੇ ਵੀ ਵਲੇਵਿਆਂ ਦੀ ਕੀਤੀ ਹੈ ਵੀ ਇਹ ਜਿਹੜੇ ਵਲੇਵੇ ਪਏ ਨੇ, ਟੇਢਾਪਨ ਹੈ ਮਨ ਦਾ। ਫਰੀਦਾ ਮਨ ਮੈਦਾਨ ਕਰ ਟੋਏ, ਟਿੱਬੇ ਲਾਹੇ ਅੱਗੇ ਦੋਜਗ ਆਪਸੀ ਪਾਏ। ਕਹਿੰਦੇ ਜਿਹੜਾ ਅੱਗੇ ਮੂਲ ਨਾ ਆਪਸੀ ਦੋਜਗ ਸੰਧੀ ਪਾਏ, ਕਿ ਜਿਹੜਾ ਮਨ ਹੈ ਇਹਦੇ ਵਿੱਚ ਟੋਏ ਅਤੇ ਟਿੱਬੇ ਦੋ ਸ਼ਬਦ ਨੇ। ਇੱਕ ਟੋਏ ਹੈ, ਇੱਕ ਟਿੱਬਾ। ਟੋਆ ਨੀਵੀਂ ਜਗ੍ਹਾ ਹੈ, ਟਿੱਬਾ ਉੱਚੀ ਜਗ੍ਹਾ ਹੈ। ਜਾਂ ਤਾਂ ਮਨ ਵਿਕਾਰਾਂ ਵਿੱਚ ਗਰਕ ਜਾਂਦਾ ਹੈ ਬਿਲਕੁਲ, ਅਤੇ ਜਾਂ ਫਿਰ ਇਹ ਹੰਕਾਰੀ ਹੋ ਜਾਂਦਾ ਹੈ। ਬਸ ਇਹ ਮਨ ਦੀਆਂ ਦੋ ਅਵਸਥਾ ਨੇ। ਗੁਰੂ ਦੀ ਮੱਤ ਤੋਂ ਬਿਨਾਂ, ਨਾਮ ਤੋਂ ਬਿਨਾਂ ਮਨ ਜਾਂ ਤਾਂ ਬਿਲਕੁਲ ਨੀਵਾਂ ਚਲਾ ਜਾਂਦਾ ਹੈ, ਪਸ਼ੂ ਬਿਰਤੀ ਵਿੱਚ ਚਲਾ ਜਾਂਦਾ ਹੈ, ਅਤੇ ਜਾਂ ਫਿਰ ਹੰਕਾਰੀ ਹੋ ਜਾਂਦਾ ਹੈ। ਕਹਿੰਦੇ ਜਿਵੇਂ ਖੇਤੀ ਕਰਨੀ ਹੋਵੇ ਨਾ, ਜ਼ਿਮੀਂਦਾਰਾਂ ਨੂੰ ਪਤਾ ਹੈ ਜਿੱਥੇ ਧਰਤੀ ਨੀਵੀਂ ਹੋਵੇ ਉੱਥੇ ਵੀ ਫਸਲ ਬੀਜ ਕੇ ਫਾਇਦਾ ਨਹੀਂ, ਕਿਉਂਕਿ ਜਦੋਂ ਬਹੁਤਾ ਮੀਂਹ ਆ ਗਿਆ ਡੁੱਬ ਜਾਂਦੀ ਹੈ। ਅਤੇ ਜਿਹੜਾ ਟਿੱਬਾ ਹੈ, ਉੱਚੀ ਧਰਤੀ ਹੈ, ਉੱਥੇ ਵੀ ਜੇ ਤੁਸੀਂ ਫਸਲ ਬੀਜੋਗੇ, ਉੱਥੋਂ ਮੀਂਹ ਆਇਆ ਜਾਂ ਪਾਣੀ ਲਾਇਓ, ਪਾਣੀ ਰਿੜ ਜਾਂਦਾ ਹੈ। ਉੱਥੇ ਵੀ ਫਸਲ ਬਹੁਤੀ ਕਾਮਯਾਬ ਨਹੀਂ ਹੁੰਦੀ, ਸੁੱਕ ਜਾਂਦੀ ਹੈ। ਹਾਂ, ਜਿਹੜੀ ਪੱਧਰੀ ਜ਼ਮੀਨ ਹੋਵੇ ਉੱਥੇ ਪਾਣੀ ਕੁਝ ਸਮਾਂ ਠਹਿਰ ਵੀ ਜਾਂਦਾ ਹੈ, ਸੁੱਕ ਵੀ ਜਾਂਦਾ ਹੈ। ਪੱਧਰੀ ਜ਼ਮੀਨ ਦੇ ਵਿੱਚ ਹੀ ਫਸਲ ਬੀਜੀ ਜਾਂਦੀ ਹੈ, ਬਿਆਬ ਜਿਹੜੀ ਬਿਲਕੁਲ ਸਿੱਧੀ ਪੱਧਰੀ ਹੈ।
ਇਸੇ ਤਰ੍ਹਾਂ ਜਦੋਂ ਤੱਕ ਸਾਡਾ ਮਨ ਇਹ ਦੋ ਅਵਸਥਾ ਵਿੱਚ ਹੈ, ਨਾਮ ਦਾ ਰਸ ਇਹਨੂੰ ਨਹੀਂ ਆਵੇਗਾ। ਕਹਿੰਦੇ ਅਸੀਂ ਆਪਣੇ ਮਨ ਨੂੰ ਜਿਹੜਾ ਤੀਰ ਦੀ ਤਰ੍ਹਾਂ ਸਿੱਧਾ ਕਰ ਲਿਆ ਹੈ, ਗੁਰੂ ਦੀ ਮੱਤ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ, ਇਹੀ ਸਾਡਾ ਮੱਕੇ ਦਾ ਹੱਜ ਹੈ, ਇਹੀ ਸਾਡਾ ਗੋਮਤੀ ਦਾ ਇਸ਼ਨਾਨ ਹੈ। ਭਾਵ ਸਾਨੂੰ ਤੀਰਥਾਂ ਦੀ ਯਾਤਰਾ ਦੀ ਲੋੜ ਨਹੀਂ ਹੈ। ਜਹਾਂ ਵਸੈ ਪੀਤੰਬਰ ਪੀਰ, ਜਿੱਥੇ ਮਨ ਬਿਲਕੁਲ ਸਿੱਧਾ ਹੋ ਗਿਆ ਨਾ, ਉੱਥੇ ਫਿਰ ਆ ਕੇ ਰੱਬ ਬੈਠ ਜਾਂਦਾ ਹੈ, ਉੱਥੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਿੱਥੇ ਮਨ ਸਿੱਧਾ ਹੋ ਜਾਵੇ, ਜਿਹੜਾ ਖੇਤ ਸਿੱਧਾ ਪੱਧਰ ਹੈ ਨਾ, ਉੱਥੇ ਫਸਲ ਬੜੀ ਸੋਹਣੀ ਹੁੰਦੀ ਹੈ, ਖੇਤ ਨੂੰ ਭਾਗ ਲੱਗ ਜਾਂਦੇ ਨੇ। ਦੂਰੋਂ ਵੇਖਣ ਨੂੰ ਮਨ ਕਰਦਾ ਵੀ ਹਾਂ ਖੇਤ ਕਿਸੇ ਨੇ ਸਵਾਰ ਕੇ ਬੀਜਿਆ ਹੋਇਆ ਹੈ, ਕਿਸੇ ਨੇ ਫੁੱਲਾਂ ਦੀ ਬਗੀਚੀ ਲਾਈ, ਮਾਲੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ, ਧਰਤੀ ਵੀ ਪੱਧਰੀ ਔਰ ਫੁੱਲ ਵੀ ਬੜੇ ਸੋਹਣੇ ਤਰੀਕੇ ਨਾਲ ਬੂਟੇ ਉਹਨੇ ਲਾਏ ਨੇ। ਵੇਖਦਿਆਂ ਰੂਹ ਖੁਸ਼ ਹੁੰਦੀ ਹੈ। ਇਸੇ ਤਰ੍ਹਾਂ ਜਿਹਨੇ ਸਾਧਨਾ ਕੀਤੀ ਗੁਰੂ ਦੀ ਮੱਤ ਲੈ ਕੇ, ਉੱਥੇ ਮਨ ਰੂਪੀ ਖੇਤ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹ ਬੜਾ ਸੋਹਣਾ ਲੱਗਣ ਲੱਗ ਜਾਂਦਾ ਹੈ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਇੱਕ ਵਾਰੀ ਫਿਰ ਇਹ ਅਰਥ ਕਰ ਲਈਏ, ਜਹਾਂ ਵਸੈ ਪੀਤੰਬਰ ਪੀਰ। ਪੀਤੰਬਰ ਭਾਵ ਪੀਲੇ ਵਸਤਰਾਂ ਵਾਲਾ, ਪੀਲਾ ਰੰਗ ਕਹਿੰਦੇ ਭਗਤੀ ਦਾ ਰੰਗ ਹੈ, ਪੀਰ ਕਹੀਏ ਪਰਮਾਤਮਾ ਵਾਹਿਗੁਰੂ। ਮਨ ਦੇ ਉਸ ਅਵਸਥਾ ਦੇ ਵਿੱਚ ਜਦੋਂ ਮਨ ਸਿੱਧਾ ਹੋ ਗਿਆ, ਉੱਥੇ ਪਰਮਾਤਮਾ ਵਸਦਾ ਹੈ, ਉੱਥੇ ਮਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਐਸਾ ਮਨ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਵਾਹਿਗੁਰੂ ਦਾ ਜਸ ਗਾਉਂਦਾ ਹੈ ਤੇ ਗਾਉਂਦਾ ਹੈ, ਤੇ ਸਾਰੇ ਹੀ ਵਾਹ ਵਾਹ ਕਹਿ ਉੱਠਦੇ ਨੇ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਗੱਲ ਤਨ ਦੀ ਨਹੀਂ ਹੈ, ਗੱਲ ਹੈ ਮਨ ਦੇ ਗਾਣ ਦੀ। ਜਦੋਂ ਕੋਈ ਮਨ ਕਰਕੇ ਗਾਵੇ ਨਾ, ਮਨ ਕਰਕੇ ਕੋਈ ਵਾਹਿਗੁਰੂ ਵੀ ਕਹਿ ਦੇਵੇ, ਤੇ ਉਹਦਾ ਵੀ ਦੁਨੀਆ 'ਤੇ ਅਸਰ ਹੁੰਦਾ ਹੈ, ਕਿਉਂਕਿ ਉਸ ਮਨ ਦੀ ਉਹ ਅਵਸਥਾ ਦੇ ਵਿੱਚ ਉਹ ਮਹਾਨ ਰਸ ਛੁਪਿਆ ਹੁੰਦਾ ਹੈ। ਕਈ ਵਾਰ ਐਸਾ ਹੁੰਦਾ ਵੀ ਕੀਰਤਨ ਸੁਣਦਿਆਂ ਵੀ ਆਪਾਂ ਉਗ ਜਾਂਦੇ ਹਾਂ, ਜਾਂ ਤਾਂ ਕੋਈ ਵੀ ਧਰਮ ਦਾ ਕਰਮ ਕਰਦੇ ਹਾਂ, ਕਾਰਨ ਸਾਡਾ ਮਨ ਨਹੀਂ ਜੁੜਿਆ। ਜਦੋਂ ਮਨ ਜੁੜ ਗਿਆ, ਉਹ ਸਾਨੂੰ ਵੀ ਸੋਹਣਾ ਲੱਗਦਾ ਵਾ, ਸਾਡੇ ਮਨ ਦਾ ਉਹ ਅਵਸਥਾ ਸਾਨੂੰ ਦਿਖਾਈ ਦਿੰਦੀ, ਤੇ ਉੱਥੇ ਫਿਰ ਜੀਵ ਕਹਿ ਉੱਠਦਾ ਹੈ, ਵਾਹ ਵਾਹ ਕਿਆ ਮਨ ਗਾ ਰਿਹਾ ਹੈ। ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਵਾਹਿਗੁਰੂ ਦਾ ਨਾਮ ਮੇਰੇ ਮਨ ਨੂੰ ਭਾਉਂਦਾ ਹੈ। ਹੁਣ ਪਹਿਲਾਂ ਨਹੀਂ ਸੀ ਭਾਉਂਦਾ ਮਨ, ਪਹਿਲਾਂ ਤਾਂ ਮਨ ਕਰਮ ਕਾਂਡ ਵਿੱਚ ਉਲਝਿਆ ਫਿਰਦਿਆ ਸੀ, ਪਰ ਜਦੋਂ ਗੁਰੂ ਦੀ ਮੱਤ ਲੈ ਕੇ ਸ਼ਬਦ ਦਾ ਅਭਿਆਸ ਕੀਤਾ, ਸਿਮਰਨ ਕੀਤਾ, ਤੇ ਇਹ ਮਨ ਹੁਣ ਇਹਨੂੰ ਨਾਮ ਚੰਗਾ ਲੱਗਣ ਲੱਗ ਪਿਆ। ਪਹਿਲਾਂ ਆਪਾਂ ਕੋਈ ਵੀ ਕੰਮ ਕਰੀਏ ਨਾ, ਸਾਨੂੰ ਚੰਗਾ ਨਹੀਂ ਲੱਗਦਾ, ਉਹ 'ਚ ਆਪਾਂ ਡਰੀ ਜਾਂਦੇ ਹਾਂ। ਬੱਚਾ ਸਕੂਲ ਜਾਂਦਾ, ਉਹ ਵੀ ਰੋਂਦਾ ਹੈ, ਡਰਦਾ ਹੈ, ਪਰ ਜੇ ਉਹਦੇ 'ਤੇ ਪੂਰਾ ਧਿਆਨ ਦਿੱਤਾ ਜਾਵੇ, ਉਹ ਧਿਆਨ ਨਾਲ ਪੜ੍ਹਨ ਲੱਗ ਜਾਵੇ, ਫਿਰ ਉਹ ਬੱਚਾ ਕਹਿੰਦਾ ਵੀ ਹੁਣ ਮੈਂ ਸਕੂਲ ਜ਼ਰੂਰ ਜਾਣਾ ਹੈ, ਮੈਂ ਪੜ੍ਹਨਾ ਹੈ। ਕੋਈ ਵੀ ਕਲਾ ਆਪਾਂ ਸਿੱਖਦੇ ਹਾਂ, ਪਹਿਲਾਂ ਆਪਾਂ ਨੂੰ ਉਹਦੇ ਤੋਂ ਡਰ ਲੱਗਦਾ, ਆਪਾਂ ਡਰਦੇ ਹਾਂ, ਪਰ ਜਦੋਂ ਉਹਦੇ ਨਾਲ ਮਨ ਜੁੜ ਗਿਆ, ਫਿਰ ਜੀ ਕਰਦਾ ਹੋਰ ਸਿੱਖੀਏ, ਹੋਰ ਉਹਦੇ ਵਿੱਚ ਕੋਈ ਵੀ ਕਲਾ ਹੈ ਦੁਨੀਆ ਦੀ। ਇਸੇ ਤਰ੍ਹਾਂ ਜਦੋਂ ਇਹ ਪਹਿਲਾਂ ਮਨ ਨਾਮ ਤੋਂ ਭੱਜਦਾ ਹੈ, ਸਿਮਰਨ ਤੋਂ ਭੱਜਦਾ ਹੈ, ਪਰ ਇੱਕ ਵਾਰੀ ਇਹ ਮਨ ਗਿੱਝ ਗਿਆ ਨਾ ਨਾਮ ਜਪਣਾ, ਫਿਰ ਇਹ ਮਨ ਇਸ ਨਾਮ ਤੋਂ ਦੂਰ ਨਹੀਂ ਹੋਵੇਗਾ। ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਹੁਣ ਵਾਹਿਗੁਰੂ ਦਾ ਨਾਮ ਮੇਰੇ ਮਨ ਨੂੰ ਭਾਉਂਦਾ ਹੈ, ਜਪਦਾ ਹੈ ਮਨ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ, ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ। ਤੇ ਫਿਰ ਆਪਾਂ ਵੇਖਦੇ ਹਾਂ ਹਿੰਦੂ ਧਰਮ ਦੇ ਵਿੱਚ ਨਾਰਦ ਦੀ ਪੂਜਾ ਹੁੰਦੀ ਹੈ, ਸਾਰਦਾ ਦੇਵੀ ਦੀ ਪੂਜਾ ਹੁੰਦੀ ਹੈ, ਲక్ష్ਮੀ ਮਾਤਾ ਦੀ ਪੂਜਾ ਹੁੰਦੀ। ਹੁਣ ਦੀਵਾਲੀ ਆਉਣੀ ਅੱਗੇ,
ਉਹ ਦੀਵਾਲੀ ਦਾ ਤਿਉਹਾਰ ਕਾਹਦਾ ਹੈ? ਲక్ష్ਮੀ ਮਾਤਾ ਦੀ ਪੂਜਾ ਕਰਦੇ ਨੇ, ਮਾਇਆ ਦੀ ਪੂਜਾ ਕਰਦੇ ਨੇ। ਜੇ ਆਪਾਂ ਇਹ ਕਰਮ ਕਰਦੇ ਹਾਂ ਨਾ ਤਾਂ ਇਹਦੇ ਵਿੱਚ ਪਰਮਾਤਮਾ ਦਾ ਨਿਰਾਦਰ ਹੈ। ਆਪਾਂ ਕਹਿੰਦੇ ਆ ਨਾ ਬੇਅਦਬੀ ਕੀਤੀ, ਸਮਝ ਲਓ ਇਹ ਬੇਅਦਬੀ ਕੀਤੀ ਹੈ, ਕਿਉਂਕਿ ਠਾਕੁਰ ਛੋੜ ਦਾਸੀ ਕੋ ਸੇਵੈ, ਮਨਮੁਖ ਮੂੜ ਅਗਿਆਨਾ। ਮਾਲਕ ਨੂੰ ਛੱਡ ਕੇ ਨੌਕਰ ਦੀ ਪੂਜਾ ਕਰੀ ਜਾਣ, ਨੌਕਰ ਦੀ ਮੁੱਠੀ ਚਾਪੀ ਕਰੀ ਜਾਣ, ਉਹਦੀ ਸੇਵਾ ਕਰੀ ਜਾਣ ਭੱਜ ਭੱਜ ਕੇ, ਤੇ ਮਾਲਕ ਨੂੰ ਪੁੱਛਿਆ ਹੀ ਨਾ ਜਾਵੇ ਜੇ ਮਾਲਕ ਦਾ ਸਤਿਕਾਰ ਹੈ ਕਿ ਨਿਰਾਦਰ ਹੈ। ਦੱਸੋ, ਇਹ 'ਚ ਮਾਲਕ ਦਾ ਨਿਰਾਦਰ ਹੈ, ਕਿਉਂਕਿ ਜਿਹੜਾ ਨੌਕਰ ਹੈ ਉਹਨੂੰ ਤੇ ਤੁਸੀਂ ਗਦੀ ਤੇ ਬਿਠਾਇਆ, ਉਹਦੀ ਸੇਵਾ ਕਰਦੇ ਹੋ, ਮਾਲਕ ਨੂੰ ਪੁੱਛਦੇ ਹੀ ਨਹੀਂ। ਇਹ ਜਿੰਨੇ ਵੀ ਦੇਵੀ ਦੇਵਤੇ ਨੇ ਮਾੜੇ ਨਹੀਂ ਹਨ, ਇਹ ਸਾਰੇ ਪਰਮਾਤਮਾ ਦੇ ਦਾਸ ਨੇ, ਉਹਦੇ ਨੌਕਰ ਨੇ, ਸੇਵਾਦਾਰ ਨੇ। ਤੇ ਤੁਸੀਂ ਮਾਲਕ ਦਾ ਨਾਮ ਤੇ ਜਪਦੇ ਨਹੀਂ, ਪਰਮੇਸ਼ਵਰ ਦਾ ਨਾਮ ਤੇ ਜਪਦੇ ਨਹੀਂ। ਤਾਂ ਹੀ ਤੇ ਬਾਣੀ ਵਿੱਚ ਕਹਿ ਦਿੱਤਾ, ਦੇਵੀ ਦੇਵਾ ਮੰਗੀ ਪੂਜੀਐ, ਭਾਈ ਕਿਆ ਮੰਗੈ ਕਹਿ ਦੇ। ਵੀ ਨੌਕਰ ਦੀ ਸੇਵਾ ਕਰਕੇ ਤੁਹਾਨੂੰ ਨੌਕਰ ਕੀ ਦੇ ਦੇਗਾ? ਦੱਸੋ, ਨੌਕਰ ਕੀ ਦੇ ਸਕਦਾ ਹੈ? ਜਿਹੜਾ ਮਾਲਕ ਹੈ ਉਹ ਹੀ ਕੁਝ ਦੇ ਸਕਦਾ। ਹੋ ਸਕਦਾ ਤੁਹਾਨੂੰ ਕੋਈ ਕੋਠੀ ਦੇ ਦੇਵੇ ਖੁਸ਼ੀ 'ਚ ਆ ਕੇ, ਕੋਈ ਜ਼ਮੀਨ ਦੇ ਦੇ, ਕੋਈ ਪਲਾਟ ਦੇ ਦੇਵੇ, ਕੋਈ ਕਿਸੇ ਨੌਕਰੀ 'ਤੇ ਲਵਾ ਦੇਵੇ। ਉਹ ਜਿਹੜਾ ਅਰਬਾਂ ਖਰਬਾਂ ਦਾ ਮਾਲਕ ਹੈ ਉਹ ਕੁਝ ਵੀ ਤੁਹਾਨੂੰ ਦੇ ਸਕਦਾ, ਪਰ ਜਿਹੜਾ ਨੌਕਰ ਆਪ 10-20 ਹਜ਼ਾਰ ਤਨਖਾਹ 'ਤੇ ਨੌਕਰੀ ਕਰ ਰਿਹਾ ਹੈ ਉਹ ਤੁਹਾਨੂੰ ਕੀ ਦੇ ਸਕਦਾ? ਉਹਦਾ ਆਪਣਾ ਗੁਜ਼ਾਰਾ ਮਸੀਂ ਚੱਲਦਾ ਹੈ। ਇਹ ਦੇਵੀ ਦੇਵਤੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਤੁਸੀਂ ਦੇਵੀ ਦੇਵਾ ਪੂਜੀਏ, ਭਾਈ ਕਿਆ ਮੰਗੋ ਕਿਆ ਦੇ। ਇਹਦੇ ਵਿੱਚ ਇਹ ਨਹੀਂ ਭਾਵ ਕਿਹਾ ਵੀ ਤੁਸੀਂ ਦੇਵਤਿਆਂ ਨੂੰ ਗਾਲਾਂ ਕੱਢਣ ਲੱਗ ਜਾਓ, ਦੇਵਤਿਆਂ ਨੂੰ ਮਾੜਾ ਬੋਲਣ ਲੱਗ ਜਾਓ, ਇਹ ਨਹੀਂ ਆਖਿਆ। ਵੀ ਇਹ ਆਖਿਆ ਵੀ ਇਹਨਾਂ ਦੀ ਪੂਜਾ ਰੱਬ ਜਾਣ ਕੇ ਨਾ ਕਰੋ, ਵੀ ਇਹ ਰੱਬ ਨੇ, ਮਾਲਕ ਮਾਲਕ ਹੈ, ਨੌਕਰ ਨੌਕਰ ਹੈ। ਇਸ ਕਰਕੇ ਹੋਰ ਵੀ ਬਚਨ ਆਉਂਦੇ ਹਨ ਇਸ ਪਰਥਾਏ, ਨਾਰਦ ਸਾਰਦ ਕਰੈ ਖਵਾਸੀ। ਇਹ ਨਾਰਦ ਸਾਰਦ ਆਤਕ ਜਿੰਨੇ ਵੀ ਦੇਵੀ ਦੇਵਤੇ ਨੇ ਇਹ ਸਾਰੇ ਖਵਾਸੀਦਾਰ ਤੇ ਚੋਬਦਾਰ, ਸੇਵਾਦਾਰ, ਸੇਵਾ ਕਰਨ ਵਾਲੇ, ਇਹ ਪਰਮਾਤਮਾ ਦੇ ਘਰ ਦੇ ਸੇਵਾਦਾਰ ਨੇ। ਇਹ ਆਪ ਰੱਬ ਦੀ ਸੇਵਾਦਾਰ ਕਰਦੇ ਨੇ, ਉਹਦੀ ਚੋਬਦਾਰੀ ਕਰਦੇ ਨੇ, ਉਹਦੇ ਘਰ ਦੇ ਅੱਗੇ ਪਹਿਰੇਦਾਰ ਹਨ। ਪਾਸ ਬੈਠੀ ਬੀਬੀ ਕਵਲਾ ਦਾਸੀ। ਅਤੇ ਜਿਹੜੀ ਲక్ష్ਮੀ ਹੈ ਇਹ ਵਾਹਿਗੁਰੂ ਦੇ ਘਰ ਦੇ ਵਿੱਚ ਦਾਸੀ, ਜਿਵੇਂ ਵੱਡੇ ਵੱਡੇ ਮਹੱਲਾਂ ਵਿੱਚ ਦਾਸੀਆਂ ਨੌਕਰਾਣੀਆਂ ਹੁੰਦੀਆਂ ਨੇ ਨਾ, ਦਾਸੀ ਦਾ ਭਾਵ ਹੁੰਦਾ ਉਹਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੁੰਦਾ, ਉਹਦੀ ਆਪਣੀ ਕੋਈ ਮੰਗ ਨਹੀਂ ਹੁੰਦੀ। ਦਾਸੀ ਉਸ ਨੂੰ ਕਹਿੰਦੇ ਨੇ ਜੋ ਬਿਨਾਂ ਤਨਖਾਹ ਤੋਂ ਕੰਮ ਕਰੇ, ਮਾਲਕ ਜੋ ਦੇਵੇ ਦੇ ਦੇਵੇ। ਸੇਵਕ ਦਾ ਵੀ ਇਹੀ ਅਰਥ ਹੈ, ਇੱਕ ਨੌਕਰ ਹੁੰਦਾ, ਇੱਕ ਸੇਵਕ ਹੁੰਦਾ ਹੈ, ਕੰਮ ਦੋਵਾਂ ਦਾ ਇੱਕੋ ਹੀ ਹੈ। ਪਰ ਸੇਵਕ ਉਹ ਹੁੰਦਾ ਹੈ ਉਹ ਮਾਲਕ ਨੂੰ ਸਮਰਪਿਤ ਹੋ ਚੁੱਕਾ ਹੁੰਦਾ ਹੈ। ਮਾਲਕ ਜਿਸ ਤਰ੍ਹਾਂ ਦਾ ਮਰਜ਼ੀ ਕੱਪੜਾ ਦੇ ਦੇਵੇ, ਉਹਨੇ ਇਹ ਨਹੀਂ ਕਹਿਣਾ ਮੈਨੂੰ ਮਹੀਨੇ ਬਾਅਦ ਪਗਾਰ ਦੇ। ਸੇਵਕ ਤੇ ਨੌਕਰ ਵਿੱਚ, ਚਾਕਰ ਵਿੱਚ ਇਹ ਫਰਕ ਹੈ, ਨੌਕਰ ਜਦੋਂ ਮਰਜ਼ੀ ਚਾਹੇ ਨੌਕਰੀ ਛੱਡ ਸਕਦਾ ਹੈ। ਆਪਾਂ ਵੀ ਜੇ ਗੁਰੂ ਦੇ ਚਾਕਰ ਆ, ਨੌਕਰ ਆ ਨਾ, ਤੇ ਆਪਾਂ ਕਹਿ ਸਕਦੇ ਹਾਂ ਅਸੀਂ ਨਹੀਂ ਤੇਰੇ ਸਿੱਖ ਬਣਦੇ, ਛੱਡ ਸਕਦੇ ਹਾਂ, ਨਹੀਂ ਬਾਣੀ ਪੜ੍ਹਦੇ, ਨਹੀਂ ਨਿਤਨੇਮ ਕਰਦੇ। ਸੇਵਕ ਇਹ ਗੱਲ ਨਹੀਂ ਕਹਿ ਸਕਦਾ, ਸੇਵਕ ਨਹੀਂ ਕਹਿ ਸਕਦਾ ਮੈਂ ਤੁਹਾਡੀ ਬਾਣੀ ਨਹੀਂ ਪੜ੍ਹਾਂਗਾ, ਨਿਤਨੇਮ ਨਹੀਂ ਕਰਾਂਗਾ। ਉਹਨੇ ਕੁਝ ਕਹਿ ਹੀ ਨਹੀਂ ਸਕਦਾ। ਉਹਦਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਜਿੱਥੇ ਵੀ ਲਾਤਾ ਵੀ ਉੱਥੇ ਲੱਗਾ ਰਹੇ। ਆਪਾਂ ਜਿਹੜਾ ਨੌਕਰ ਹੈ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਇਹ ਨਹੀਂ ਕਰ ਸਕਦਾ, ਮੇਰੀ ਤੇ ਨੌਕਰੀ ਨਹੀਂ ਹੈ, ਮੈਂ ਤਾਂ ਇਹੀ ਕਰਨੀ ਜੋ ਹੈ, ਜੋ ਮੈਨੂੰ ਮਿਲੀ, ਮੈਂ ਤਾਂ ਇੰਨੀ ਕੀ ਕਰਨੀ ਹੈ। ਆਪਾਂ ਕਹਿ ਸਕਦੇ ਹਾਂ ਜੇ ਆਪਾਂ ਸੇਵਕ ਨਹੀਂ, ਆਪਾਂ ਕਹਿ ਸਕਦੇ ਹਾਂ ਜੀ ਮੈਂ ਤਾਂ ਲੰਗਰ ਵਰਤਾਵਾਂਗਾ, ਮੈਂ ਜੂਠੇ ਬਰਤਨ ਕਿਉਂ ਮਾਂਜਾਂ, ਕਿਉਂਕਿ ਆਪਾਂ ਸੇਵਕ ਨਹੀਂ ਹਾਂ, ਆਪਾਂ ਨੌਕਰ ਹਾਂ। ਨੌਕਰ ਜਵਾਬ ਦੇ ਸਕਦਾ ਹੈ, ਛੱਡ ਕੇ ਵੀ ਜਾ ਸਕਦਾ ਹੈ, ਪਰ ਸੇਵਕ ਉਹ ਕਹਿੰਦਾ ਮੈਂ ਕਿੱਥੇ ਜਾਵਾਂ। ਜਿਵੇਂ
ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੌਤਕ ਵਰਤਾਇਆ ਨਾ, ਗੁਰਤਾ ਗੱਦੀ ਦੇਣੀ ਸੀ, ਭਾਈ ਲਹਿਣਾ ਜੀ ਰਹਿ ਗਏ। ਮਹਾਰਾਜ ਕਹਿੰਦੇ ਭਾਈ ਲਹਿਣਿਆ ਤੂੰ ਕਿਉਂ ਨਹੀਂ ਗਿਆ? ਕਹਿੰਦੇ ਮਹਾਰਾਜ ਮੇਰਾ ਕੋਈ ਹੈ ਹੀ ਨਹੀਂ, ਮੈਂ ਜਾਵਾਂ ਕਿੱਥੇ? ਜਿਹਦਾ ਕਿਸੇ ਦਾ ਕੋਈ ਸਹਾਰਾ ਸੀ ਉਹ ਉਹਦਾ ਸਹਾਰਾ ਲੈ ਕੇ ਚਲਾ ਗਿਆ, ਮੇਰਾ ਤਾਂ ਇੱਕ ਬਸ ਤੂੰ ਹੀ ਹੈ, ਮੈਂ ਕਿਹਦੇ ਕੋਲ ਜਾਵਾਂ? ਸੇਵਕ ਨਾ ਨਹੀਂ ਕਰ ਸਕਦਾ। ਤਾਂ ਹੀ ਤੇ ਮਹਾਰਾਜ ਕਹਿੰਦੇ ਚਾਕਰ ਵੀ ਜੇਕਰ ਸਹੀ ਤਰੀਕੇ ਨਾਲ, ਨੌਕਰੀ ਵੀ ਬੰਦਾ ਸਹੀ ਤਰੀਕੇ ਨਾਲ ਕਰ ਲਵੇ ਤਾਂ ਉਹ ਵੀ ਬੜੀ ਵੱਡੀ ਗੱਲ ਹੈ। ਪਰ ਚਾਕਰ ਲੱਗਾ ਚਾਕਰੀ ਨਾਲੇ ਗਾਲ ਵਿਵਾਦ ਨਾਲੇ ਅੱਗੋਂ ਆਕੜਨ ਲੱਗ ਜਾਵੇ ਤੇ ਮਹਾਰਾਜ ਕਹਿੰਦੇ ਫਿਰ ਗੱਲ ਨਹੀਂ ਬਣਨੀ। ਚਾਕਰ ਲੱਗਾ ਚਾਕਰੀ ਨਾਲੇ ਗਾਲ ਵਿਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ। ਗੱਲਾਂ ਤੇ ਬੜੀਆਂ ਕਰੇ ਪਰ ਮਾਲਕ ਦਾ ਕੰਮ ਨਾ ਕਰੇ। ਉਹ ਮਾਲਕ ਆ ਕੇ ਵੀ ਗੱਲਾਂ ਤੇ ਬੜੀਆਂ ਕਰਦਾ ਹੈ ਪਰ ਮੇਰਾ ਹੁਕਮ ਨਹੀਂ ਮੰਨਦਾ, ਮੇਰਾ ਕੰਮ ਕੋਈ ਵੀ ਨਹੀਂ ਕਰਦਾ, ਉਹ ਨੌਕਰੀ ਤੋਂ ਵੀ ਚਲਾ ਜਾਂਦਾ ਹੈ। ਤੋ ਇਹ ਸਾਰੇ ਦੇਵੀ ਦੇਵਤੇ ਮਾੜੇ ਨਹੀਂ ਹਨ ਪਰ ਇਹ ਰੱਬ ਨਹੀਂ ਹਨ। ਇਹ ਸਾਰੇ ਰੱਬ ਦੇ ਘਰ ਦੇ ਸੇਵਾਦਾਰ ਨੇ। ਜਿਹੜੀ ਲక్ష్ਮੀ ਦੀ ਲੋਕੀ ਪੂਜਾ ਕਰਦੇ ਨੇ, ਦਾਸੀ ਦੀ ਕਦੇ ਕੋਈ ਗਲ ਵਿੱਚ ਹਾਰ ਨਹੀਂ ਪਾਉਂਦੇ। ਦਾਸੀ ਸੇਵਾ ਕਰਨ ਵਾਸਤੇ ਹੁੰਦੀ ਹੈ। ਪਿੱਛੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਪਾਂ ਸਰਵਣ ਕੀਤਾ ਹੈ, ਸਾਰੇ ਲੋਕ ਦਾਸੀ ਨੂੰ ਪਿਆਰ ਕਰਦੇ ਨੇ ਪਰ ਸੰਤ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕਹਿ ਡਾਰੀ, ਕਹੋ ਕਬੀਰ ਸੰਤਨ ਕੀ ਵੈਰਣ ਤੀਨ ਲੋਕੀ ਪਿਆਰੀ। ਤਿੰਨੇ ਲੋਕ ਇਹਨੂੰ ਪਿਆਰ ਕਰਦੇ ਨੇ ਪਰ ਭਗਤ ਇਹਨੂੰ ਦਾਸੀ ਬਣਾ ਲੈਂਦੇ ਨੇ। ਉਹ ਇਹਦੇ ਨਾਲ ਦਾਸੀ ਵਾਲਾ ਵਿਵਹਾਰ ਹੀ ਕਰਦੇ ਹਨ। ਪਾਸ ਬੈਠੀ ਬੀਬੀ ਕਵਲਾ ਦਾਸੀ, ਇੱਥੇ ਇਹ ਵੀ ਹੈ ਬੀਬੀ, ਮਾੜਾ ਜਿਹਾ ਜ਼ੋਰ ਦੇ ਕੇ ਬੋਲਣਾ ਕਿਉਂਕਿ ਦੋਵੇਂ ਬੱਬਿਆਂ ਨੂੰ ਬਿਹਾਰੀਆਂ ਲੱਗੀਆਂ ਹੋਈਆਂ ਨੇ। ਕੰਠੇ ਮਾਲਾ ਜੇਵਾ ਰਾਮ, ਹਿੰਦੂ ਕਹਿੰਦੇ ਤੁਸੀਂ ਮਾਲਾ ਗਲ ਵਿੱਚ ਪਾਓ, ਪੰਡਤ ਕਹਿੰਦੇ ਮਾਲਾ ਗਲ ਵਿੱਚ ਪਾਓ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਪਾਈ ਹੋਈ ਮਾਲਾ। ਉਹ ਕਿਹੜੀ ਮਾਲਾ? ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੇਰੀ ਸਿਮਰਨੀ ਮਾਲਾ ਜਿਹੜਾ ਆਪਣੀ ਜੀਵਾ ਤੇ ਨਾਮ ਜਪ ਰਹੇ ਹਾਂ। ਕੰਠੇ ਮਾਲਾ ਜੇਵਾ ਰਾਮ, ਜਿਹੜੀ ਸਾਡੀ ਜੀਵਾ ਰਾਮ ਰਾਮ ਜਪ ਰਹੀ ਹੈ, ਇਹ ਸਾਡੇ ਗਲ ਵਿੱਚ ਮਾਲਾ ਪਾਈ ਹੋਈ ਹੈ। ਸਾਨੂੰ ਹੋਰ ਮਾਲਾ ਪਾਉਣ ਦੀ ਲੋੜ ਨਹੀਂ। ਆਪਾਂ ਵੇਖਦੇ ਹਾਂ ਨਾ ਕਈਆਂ ਨੇ ਗਲ ਵਿੱਚ ਦੋ ਦੋ ਮਾਲਾ ਪਾਈਆਂ, ਹੱਥਾਂ 'ਤੇ ਪਾਈਆਂ ਹੁੰਦੀਆਂ ਨੇ। ਉਹ ਵੀ ਮਾਲਾ ਤਾਂ ਨਾਮ ਜਪਣ, ਚਲੋ ਜੇ ਕੋਈ ਕਰਦਾ ਫੇਰਦਾ ਹੈ ਇਹ ਤਾਂ ਫੇਰਨ ਵਾਸਤੇ ਸੀ, ਪਰ ਗਲ ਵਿੱਚ ਪਾ ਲਈਆਂ। ਤੋ ਭਗਤ ਕਬੀਰ ਸਾਹਿਬ ਕਹਿੰਦੇ ਸਾਡੀ ਮਾਲਾ ਤਾਂ ਜਿਹੜਾ ਜੀਵਾ ਦੁਆਰਾ ਰਾਮ ਜਪਣਾ ਹੈ, ਅਸੀਂ ਆਪਣੀ ਜੀਵਾ ਨੂੰ ਹੀ ਮਾਲਾ ਬਣਾ ਲਿਆ। ਸਹੰਸ ਨਾਮ ਲੈ ਲੈ ਕਰੋ ਸਲਾਮ। ਇਹਦੇ ਵਿਦਵਾਨ ਦੋ ਤਰ੍ਹਾਂ ਅਰਥ ਕਰਦੇ ਨੇ ਕਿ ਪਰਮਾਤਮਾ ਦੇ ਮੈਂ ਹਜ਼ਾਰਾਂ ਨਾਮ ਜਪਦਾ ਹਾਂ। ਸਹੰਸ ਮੈਨੇ ਹਜ਼ਾਰ, ਵੀ ਉਸ ਪਰਮਾਤਮਾ ਨੂੰ ਵਾਰ-ਵਾਰ ਨਮਸਕਾਰ ਕਰਦਾ। ਉਹਦੇ ਸਾਰੇ ਨਾਮ ਜਪਣ ਤੋਂ ਭਾਵ ਹੈ ਸਦਕੇ ਜਾਂਦੇ ਆ ਉਹਦੇ ਸਾਰੇ ਨਾਮ ਤੋਂ। ਅੱਲਾ ਕਹਿ ਲਓ, ਰਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਸਾਰੇ ਹੀ ਪਰਮਾਤਮਾ ਦੇ ਨਾਮ ਨੇ। ਆਪਾਂ ਕੀ ਸਾਡਾ ਵਾਹਿਗੁਰੂ ਚੰਗਾ, ਖੁਦਾ ਮਾੜਾ ਹੈ, ਤਾਂ ਇਹ ਪਰਮਾਤਮਾ ਦੀ ਨਰਾਦਰੀ ਹੋ ਗਈ। ਸਾਰੇ ਹੀ ਪਰਮਾਤਮਾ ਦੇ ਨਾਮ ਪੂਜਣ ਯੋਗ ਨੇ ਪਰ ਆਪਣੇ ਧਰਮ ਦੇ ਅਨੁਸਾਰ ਜੋ ਸਾਨੂੰ ਗੁਰ ਮੰਤਰ ਮਿਲਿਆ, ਨਾਮ ਮਿਲਿਆ, ਉਹੀ ਜਪਣਾ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਸਹੰਸ ਨਾਮ ਲੈ ਲੈ ਕਰੋ ਸਲਾਮ। ਦੂਸਰਾ ਇਹਦਾ ਅਰਥ ਇਹ ਵੀ ਵਿਦਵਾਨ ਕਰਦੇ ਨੇ ਮੈਂ ਆਪਣੀ ਜੀਵਾ ਦੁਆਰਾ ਹਜ਼ਾਰਾਂ ਵਾਰੀ ਰੱਬ ਦਾ ਨਾਮ ਜਪਦਾ ਹਾਂ, ਜਪੀ ਜਾਂਦਾ ਹਾਂ। ਇਸ ਤਰ੍ਹਾਂ ਮੈਂ ਪਰਮਾਤਮਾ ਅੱਗੇ ਝੁਕਿਆ ਹੋਇਆ ਹਾਂ। ਉਹਦਾ ਨਾਮ ਜਪਣਾ ਹੀ ਉਹਨੂੰ ਸਲਾਮ ਕਰਨਾ ਹੈ, ਉਹਨੂੰ ਮੱਥਾ ਟੇਕਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਪ੍ਰੇਮ ਭਾਵਨਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ। ਜੇ ਆਪਾਂ ਮੱਥਾ ਤਾਂ ਟੇਕੀ ਜੀ ਕਦੀ ਬਾਣੀ ਪੜ੍ਹੀ ਹੀ ਨਾ ਤੇ ਕਿਵੇਂ ਗੱਲ ਬਣੇਗੀ। ਤੋ ਭਗਤ ਕਬੀਰ ਸਾਹਿਬ ਫਰਮਾਨ ਕਰਦੇ ਨੇ ਕਹਿਤ ਕਬੀਰ ਰਾਮ ਗੁਣ ਗਾਵੋ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਪਰਮੇਸ਼ਵਰ ਦੇ ਗੁਣ ਗਾਉਂਦਾ ਹਾਂ। ਹਿੰਦੂ ਤੁਰਕ ਦੋ ਸਮਝਾਵੋ। ਹਿੰਦੂ ਤੇ ਤੁਰਕਾਂ ਨੂੰ ਭਾਵ ਸਾਰਿਆਂ ਨੂੰ ਇਹੀ ਕਹਿੰਦਾ ਬਈ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੁਸੀਂ ਵੀ ਰੱਬ ਦੇ ਗੁਣ ਗਾਓ ਕਿਉਂਕਿ ਤੁਹਾਡੇ ਅੰਦਰ ਵੀ ਉਹ ਪ੍ਰਮਾਤਮਾ ਹੈ ਅਤੇ ਉਹ ਜਦੋਂ ਨਾਮ ਜਪੋਗੇ ਤੁਹਾਡੇ ਅੰਦਰ ਅੰਤਰਗਤ ਤੀਰਥ ਮਲ ਨਹਾਓ, ਉਹ ਤੁਹਾਡੇ ਅੰਦਰ ਹੀ ਤੀਰਥ ਪ੍ਰਗਟ ਹੋ ਜਾਵੇਗਾ।
ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਮਹਿਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।